ਸਾਰਿਆਂ ਨੂੰ ਜੈ ਮਸੀਹ ਦੀ ਪੰਜਾਬੀ ਬਾਈਬਲ ਸਟੋਰੀ YouTube ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਉਜਾੜੂ ਪੁੱਤਰ ਦਾ ਦ੍ਰਿਸ਼ਟਾਂਤ ਲੈ ਕੇ ਆਇਆ ਹਾਂ, ਜੋ ਤੁਹਾਨੂੰ ਲੂਕਾ ਰਚਿਤ ਸੁਸਮਾਚਾਰ ਦੇ ਵਿੱਚ ਉਸਦੇ 15 ਅਧਿਆਏ ਦੇ 11 ਤੋਂ ਲੈ ਕੇ 32 ਤੱਕ ਵੇਖਣ ਨੂੰ ਮਿਲ ਜਾਵੇਗਾ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਤੁਸੀਂ ਪੰਜਾਬੀ ਬਾਈਬਲ ਸਟੋਰੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਤਾਂ ਚਲੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪ੍ਰਭੂ ਯੀਸ਼ੂ ਮਸੀਹ ਦੱਸਦੇ ਹਨ ਕਿ ਇੱਕ ਮਨੁੱਖ ਦੇ 2 ਬੇਟੇ ਸਨ ਅਤੇ ਛੋਟਾ ਪੁੱਤਰ ਕਹਿੰਦਾ ਹੈ ਕਿ ਜਾਇਦਾਦ ਵਿੱਚੋਂ ਮੇਰਾ ਹਿੱਸਾ ਮੈਨੂੰ ਦੇ ਦੇ। ਤਾਂ ਉਹਦੇ ਪਿਤਾ ਨੇ ਉਵੇਂ ਹੀ ਕੀਤਾ। ਜਾਇਦਾਦ ਵਿੱਚੋਂ ਜੋ ਭਾਗ ਛੋਟੇ ਮੁੰਡੇ ਦਾ ਬਣਦਾ ਸੀ ਉਸਨੇ ਉਸਨੂੰ ਦੇ ਦਿੱਤਾ। ਤਾਂ ਕੁਝ ਦਿਨਾਂ ਪਿੱਛੋਂ ਛੋਟਾ ਮੁੰਡਾ ਆਪਣੀ ਜਾਇਦਾਦ ਨੂੰ ਇਕੱਠੀ ਕਰਕੇ ਦੂਰ ਦੇਸ਼ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਆਪਣੀ ਸਾਰੀ ਸੰਪਤੀ ਕੁਕਰਮਾਂ ਵਿੱਚ ਉਡਾ ਦਿੱਤੀ, ਜਿਵੇਂ ਕਿ ਖਾਣਾ ਪੀਣਾ, ਐਸ਼ੋ ਆਰਾਮ ਕਰਨਾ ਤੇ ਗਲਤ ਸੰਗਤੀ ਕਰਨਾ। ਇੱਕ ਦਿਨ ਜਦੋਂ ਉਸ ਦੇਸ਼ ਵਿੱਚ ਅਕਾਲ ਪਿਆ ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਕੰਗਾਲ ਹੋ ਗਿਆ ਅਤੇ ਉਸ ਕੋਲ ਕੁਝ ਵੀ ਨਹੀਂ ਬਚਿਆ। ਮੇਰੇ ਪਿਆਰੇ ਦੋਸਤੋ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਸੰਪਤੀ ਉਸ ਪੁੱਤਰ ਨੂੰ, ਛੋਟੇ ਪੁੱਤਰ ਨੂੰ ਮਿਲੀ ਸੀ, ਉਸ ਦਾ ਉਸਨੇ ਸਹੀ ਇਸਤੇਮਾਲ ਨਹੀਂ ਕੀਤਾ ਤੇ ਆਪਣੇ ਕੁਕਰਮਾਂ ਦੇ ਵਿੱਚ ਉਸ ਨੂੰ ਉਡਾ ਦਿੱਤਾ। ਉਸਨੇ ਗਲਤ ਮਿੱਤਰ ਬਣਾਏ ਜੋ ਉਹਦੇ ਨਾਲ ਉਦੋਂ ਤੱਕ ਹੀ ਖੜੇ ਰਹੇ ਜਦੋਂ ਤੱਕ ਉਹਦੇ ਕੋਲੇ ਪੈਸਾ ਸੀ। ਤੇ ਅੱਜ ਕੱਲ੍ਹ ਵੀ ਅਸੀਂ ਇਦਾਂ ਹੀ ਦੇਖਦੇ ਹਾਂ, ਲੋਕ ਉਹਨੂੰ ਹੀ ਪੁੱਛਦੇ ਆ ਜਿਹਦੇ ਕੋਲੇ ਪੈਸਾ ਹੁੰਦਾ। ਕੋਈ ਵੀ ਕਿਸੇ ਗਰੀਬ ਦਰਿੱਦਰ ਨਾਲ ਦੋਸਤੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਦੇ ਕੋਲ ਪੈਸਾ, ਸੰਪਤੀ, ਜਾਇਦਾਦ ਨਹੀਂ ਹੁੰਦੀ। ਤੇ ਬਾਈਬਲ ਵੀ ਸਾਨੂੰ ਦੱਸਦੀ ਹੈ ਕਿ ਧਨਵਾਨ ਮਨੁੱਖ ਤੇ ਬਹੁਤ ਮਿੱਤਰ ਹੁੰਦੇ ਹਨ, ਪਰ ਕੰਗਾਲ ਦੇ ਮਿੱਤਰ ਉਸ ਤੋਂ ਵੱਖਰੇ ਹੋ ਜਾਂਦੇ ਹਨ। ਤੇ ਇਸ ਉਡਾਊ ਪੁੱਤਰ ਨਾਲ ਵੀ ਇਦਾਂ ਹੀ ਹੋਇਆ। ਜਦੋਂ ਤੱਕ ਇਹਦੇ ਕੋਲੇ ਪੈਸਾ ਸੀ, ਇਸ ਦੇ ਮਿੱਤਰ ਉਸ ਦੇ ਨਾਲ ਸਨ ਅਤੇ ਜਿਵੇਂ ਹੀ ਇਹ ਕੰਗਾਲ ਹੋ ਗਿਆ, ਉਸ ਦੇ ਮਿੱਤਰ ਵੀ ਉਸ ਨੂੰ ਛੱਡ ਕੇ ਚਲੇ ਗਏ। ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਜਿਵੇਂ ਹੀ ਉਹ ਉਡਾਊ ਪੁੱਤਰ ਕੰਗਾਲ ਹੋ ਗਿਆ ਤੇ ਉਹਦੇ ਕੋਲੇ ਕੁਝ ਨਾ ਬਚਿਆ ਤਾਂ ਉਹਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਤੇ ਉਸੇ ਦੇਸ਼ ਵਿੱਚ ਰਹਿਣ ਲੱਗਿਆ। ਤੇ ਅੰਤ ਵਿੱਚ ਉਸ ਨੂੰ ਇੱਕ ਕੰਮ ਮਿਲਿਆ ਸੂਰ ਚਰਾਉਣ ਦਾ, ਤੇ ਉਸ ਨੂੰ ਖਾਣ ਪੀਣ ਲਈ ਵੀ ਕੁਝ ਨਹੀਂ ਦਿੱਤਾ ਗਿਆ। ਅਤੇ ਸੂਰ ਚਰਾਉਣ ਵਾਲੇ ਮਾਲਿਕ ਨੇ ਕਿਹਾ ਕਿ ਤੈਨੂੰ ਉਹੀ ਭੋਜਨ ਖਾਣਾ ਪੈਣਾ ਜੋ ਸੂਰ ਖਾਂਦੇ ਹਨ। ਅਤੇ ਅੰਤ ਉਹ ਉਹੀ ਫਲੀਆਂ ਖਾਂਦਾ ਸੀ ਜਿਹੜੇ ਸੂਰ ਖਾਂਦੇ ਸਨ। ਕੁਝ ਦਿਨ ਲੰਘੇ ਤੇ ਫਿਰ ਉਸ ਨੂੰ ਯਾਦ ਆਇਆ ਕਿ ਮੇਰੇ ਪਿਤਾ ਦੇ ਘਰ ਕੰਮ ਕਰਨ ਵਾਲੇ ਨੌਕਰਾਂ ਨੂੰ ਵੀ ਇਸ ਤੋਂ ਵਧੀਆ ਭੋਜਨ ਮਿਲਦਾ ਹੈ। ਅਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਜਦੋਂ ਤੱਕ ਉਸ ਦੇਸ਼ ਵਿੱਚ ਅਕਾਲ ਨਹੀਂ ਪਿਆ ਅਤੇ ਜਦੋਂ ਤੱਕ ਉਸ ਨੂੰ ਸੂਰਾਂ ਦਾ ਖਾਣਾ ਨਹੀਂ ਖਾਣਾ ਪਿਆ, ਤਦ ਤੱਕ ਉਸ ਨੂੰ ਆਪਣੇ ਪਿਤਾ ਦੀ ਯਾਦ ਨਹੀਂ ਆਈ। ਔਰ ਇਹ ਅਕਾਲ ਉਹਦੇ ਜੀਵਨ ਦੇ ਵਿੱਚ ਆਸ਼ੀਸ਼ ਲੈ ਕੇ ਆਇਆ ਅਤੇ ਉਹਨੂੰ ਇਹ ਯਾਦ ਆਇਆ ਕਿ ਉਹਦੇ ਘਰ ਵਿੱਚ ਤਾਂ ਨੌਕਰਾਂ ਦੀ ਦਸ਼ਾ ਮੇਰੇ ਤੋਂ ਕਿਤੇ ਚੰਗੀ ਹੈ, ਉਹਨਾਂ ਨੂੰ ਤਾਂ ਖਾਣ ਦੀ ਵੀ ਕੋਈ ਕਮੀ ਨਹੀਂ ਹੈ। ਇੱਦਾਂ ਹੀ ਹੁੰਦਾ ਪਿਆਰਿਓ, ਜਦੋਂ ਤੱਕ ਸਾਡੇ ਕੋਲੇ ਧਨ ਸੰਪਤੀ ਬਹੁਤ ਹੁੰਦੀ ਹੈ ਅਤੇ ਸਾਡੇ ਕੋਲੇ ਸਭ ਕੁਝ ਪ੍ਰਿਆਪਤ ਮਾਤਰਾ ਦੇ ਵਿੱਚ ਹੁੰਦਾ ਹੈ, ਤਾਂ ਸਾਨੂੰ ਉਸ ਦੀ ਵੈਲਿਊ ਨਹੀਂ ਹੁੰਦੀ। ਅਤੇ ਜਦੋਂ ਤੱਕ ਅਸੀਂ ਕਿਸੇ ਸੰਕਟ ਵਿੱਚ ਨਹੀਂ ਪੈਂਦੇ, ਤਦ ਤੱਕ ਸਾਨੂੰ ਆਪਣੇ ਪਿਤਾ ਪਰਮੇਸ਼ਰ ਦੀ ਯਾਦ ਨਹੀਂ ਆਉਂਦੀ। ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਸਮੇਂ ਦੇ ਦੌਰਾਨ ਵੀ ਬਹੁਤ ਸਾਰੇ ਮਸੀਹ ਲੋਕਾਂ ਦਾ ਜੀਵਨ ਇੱਦਾਂ ਹੀ ਹੈ। ਜਦੋਂ ਤੱਕ ਉਹਨਾਂ ਕੋਲੇ ਬਹੁਤ ਕੁਝ ਹੁੰਦਾ ਹੈ, ਧਨ ਸੰਪਤੀ, ਪੈਸਾ, ਜਾਇਦਾਦ, ਖਾਣਾ, ਤਦ ਉਹ ਪਿਤਾ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ। ਪਰ ਜਿਵੇਂ ਹੀ ਕੋਈ ਸਮੱਸਿਆ, ਬਿਮਾਰੀ ਜਾਂ ਸੰਕਟ ਆਉਂਦਾ ਹੈ ਤਾਂ ਉਹਨਾਂ ਨੂੰ ਪਰਮੇਸ਼ਰ ਦੀ ਯਾਦ ਆਉਂਦੀ ਹੈ। ਤਾਂ ਫਿਰ ਉਹ ਵਰਤ ਰੱਖ ਕੇ ਪ੍ਰਾਰਥਨਾ ਕਰਦੇ ਨੇ ਕਿ ਉਸ ਸਮੱਸਿਆ ਦੇ ਵਿੱਚੋਂ ਨਿਕਲ ਜਾਣ। ਕੀ ਕਿਤੇ ਤੁਹਾਡਾ ਜੀਵਨ ਤਾਂ ਨਹੀਂ ਇੱਦਾਂ ਦਾ ਕਿ ਤੁਸੀਂ ਜ਼ਰੂਰਤ ਪੈਣ ਤੇ ਹੀ ਪਰਮੇਸ਼ਰ ਨੂੰ ਪੁਕਾਰਦੇ ਹੋ? ਤਾਂ ਅੱਗੇ ਅਸੀਂ ਦੇਖਦੇ ਹਾਂ ਪਿਆਰਿਓ ਕਿ ਜਦ ਉਸ ਨੂੰ, ਉਡਾਊ ਪੁੱਤਰ ਨੂੰ, ਇਸ ਗੱਲ ਦਾ ਇਲਮ ਹੋਇਆ ਕਿ ਉਸ ਦੇ ਘਰ ਵਿੱਚ ਤਾਂ ਨੌਕਰਾਂ ਨੂੰ ਵੀ ਉਸ ਤੋਂ ਵਧੀਆ ਖਾਣਾ ਮਿਲਦਾ ਹੈ ਅਤੇ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ, ਤਾਂ ਉਸਨੇ ਆਪਦੇ ਮਨ ਦੇ ਵਿੱਚ ਇਹ ਵਿਚਾਰ ਕੀਤਾ
ਮੈਂ ਆਪਣੇ ਪਿਤਾ ਦੇ ਕੋਲ ਵਾਪਸ ਚਲਾ ਜਾਵਾਂਗਾ ਅਤੇ ਕਹਾਂਗਾ ਕਿ ਮੈਂ ਸਵਰਗ ਦੇ ਵਿਰੋਧ ਵਿੱਚ ਅਤੇ ਤੇਰੇ ਵਿਰੋਧ ਦੇ ਵਿੱਚ ਪਾਪ ਕੀਤਾ ਹੈ, ਇਸ ਲਈ ਤੁਸੀਂ ਮੈਨੂੰ ਮਾਫ ਕਰ ਦਿਓ। ਅਤੇ ਮੈਂ ਕਹਾਂਗਾ, ਮੈਂ ਤੇਰਾ ਪੁੱਤਰ ਕਹਾਉਣ ਦੇ ਯੋਗ ਨਹੀਂ ਰਿਹਾ, ਇਸ ਲਈ ਮੈਨੂੰ ਆਪਣੇ ਨੌਕਰਾਂ ਦੇ ਸਮਾਨ ਰੱਖ ਲੈ। ਕਿਉਂਕਿ ਉਹ ਜਾਣਦਾ ਸੀ ਕਿ ਉਹਦਾ ਪਿਤਾ ਪ੍ਰੇਮੀ ਅਤੇ ਦਿਆਲੂ ਹੈ। ਇਹ ਸਾਰੀਆਂ ਗੱਲਾਂ ਸੋਚਣ ਤੋਂ ਬਾਅਦ ਉੱਠ ਕੇ ਆਪਣੇ ਪਿਤਾ ਦੇ ਘਰ ਵੱਲ ਤੁਰ ਪਿਆ। ਅਤੇ ਉਹ ਉਜਾੜੂ ਪੁੱਤਰ ਜਾਣਦਾ ਸੀ ਕਿ ਉਹਦਾ ਪਿਤਾ ਉਹਨੂੰ ਪ੍ਰੇਮ ਕਰਦਾ ਹੈ, ਇਸੇ ਕਰਕੇ ਉਹਨੇ ਘਰ ਪਰਤਣ ਦਾ ਫੈਸਲਾ ਕੀਤਾ। ਅਤੇ ਪਿਆਰਿਓ, ਇਹੀ ਵਿਸ਼ਵਾਸ ਆ ਜਿਹੜਾ ਅਸੀਂ ਉਸ ਉਜਾੜੂ ਪੁੱਤਰ ਦੇ ਜੀਵਨ ਵਿੱਚ ਦੇਖਦੇ ਹਾਂ ਕਿ ਉਹਨੇ ਆਪਣਾ ਜੀਵਨ ਬਰਬਾਦ ਕਰਨ ਅਤੇ ਸਭ ਕੁਝ ਗਵਾ ਦੇਣ ਤੋਂ ਬਾਅਦ ਵੀ ਇਹ ਵਿਸ਼ਵਾਸ ਰੱਖਿਆ ਕਿ ਉਹਦਾ ਪਿਤਾ ਉਹਨੂੰ ਪਿਆਰ ਕਰਦਾ ਹੈ। ਹੋ ਸਕਦਾ ਹੈ ਪਿਆਰਿਓ ਕਿ ਤੁਸੀਂ ਵੀ ਪਾਪ ਦੇ ਵਿੱਚ, ਗਲਤ ਸੰਗਤੀ ਦੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਬੈਠੇ ਹੋ ਤੇ ਤੁਸੀਂ ਇਹੋ ਜਿਹਾ ਕਦੇ ਨਾ ਸੋਚੋ ਕਿ ਪ੍ਰਭੂ ਤੁਹਾਨੂੰ ਪਿਆਰ ਨਹੀਂ ਕਰਦਾ ਤੇ ਅਸੀਂ ਕਿਵੇਂ ਪ੍ਰਭੂ ਦੇ ਕੋਲ ਵਾਪਸ ਜਾਈਏ। ਪਰ ਇੱਕ ਗੱਲ ਨੂੰ ਯਾਦ ਰੱਖੋ ਕਿ ਪਰਮੇਸ਼ਰ ਸਭ ਤੋਂ ਜ਼ਿਆਦਾ ਪਿਆਰ ਇਸ ਦੁਨੀਆ ਦੇ ਵਿੱਚ ਤੁਹਾਨੂੰ ਕਰਦੇ ਨੇ। ਇਸੇ ਕਰਕੇ ਪਰਮੇਸ਼ਰ ਨੇ ਤੁਹਾਨੂੰ ਬਚਾਉਣ ਲਈ ਆਪਣਾ ਇਕਲੌਤਾ ਪੁੱਤਰ ਬਲੀਦਾਨ ਕਰ ਦਿੱਤਾ। ਇਸੇ ਲਈ ਪਰਮੇਸ਼ਰ ਦੇ ਪ੍ਰੇਮ ਤੇ ਕਦੇ ਵੀ ਸ਼ੱਕ ਨਾ ਕਰੋ। ਤੇ ਅੱਗੇ ਅਸੀਂ ਦੇਖਦੇ ਹਾਂ ਪਿਆਰਿਓ, ਜਦ ਉਹ ਉਡਾਊ ਪੁੱਤਰ ਆਪਣੇ ਘਰ ਵਾਪਸ ਆਇਆ ਤਾਂ ਉਹਦੇ ਪਿਤਾ ਨੇ ਉਸ ਨੂੰ ਦੂਰ ਹੀ ਤੋਂ ਪਹਿਚਾਣ ਲਿਆ ਅਤੇ ਉਹ ਭੱਜ ਕੇ ਆਪਣੇ ਪੁੱਤਰ ਦੇ ਕੋਲ ਗਿਆ ਅਤੇ ਉਸ ਨੂੰ ਗਲੇ ਲਗਾਇਆ ਤੇ ਉਸ ਨੂੰ ਬਹੁਤ ਚੁੰਮਿਆ। ਤੇ ਪਿਆਰਿਓ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਜਾੜੂ ਪੁੱਤਰ ਦੇ ਘਰ ਛੱਡਣ ਤੋਂ ਬਾਅਦ ਉਸ ਦਾ ਪਿਤਾ ਹਰ ਦਿਨ ਉਸ ਦੀ ਉਡੀਕ ਕਰਦਾ ਸੀ ਅਤੇ ਹਰ ਦਿਨ ਆਪਣੇ ਘਰ ਦੇ ਦਰਵਾਜ਼ੇ ਦੇ ਉੱਤੇ ਬੈਠ ਕੇ ਇਹੀ ਸੋਚਦਾ ਸੀ ਕਿ ਅੱਜ ਮੇਰਾ ਪੁੱਤਰ ਵਾਪਸ ਆ ਜਾਏਗਾ। ਕਿੰਨਾ ਵਧੀਆ ਤੇ ਅਦਭੁਤ ਨਜ਼ਾਰਾ ਅਸੀਂ ਦੇਖਦੇ ਹਾਂ ਮੇਰੇ ਪਿਆਰਿਓ ਕਿ ਇੱਕ ਪਿਤਾ ਆਪਣੇ ਪੁੱਤਰ ਦੀ ਕਿੱਦਾਂ ਚਿੰਤਾ ਕਰਦਾ ਹੈ ਅਤੇ ਉਡੀਕ ਕਰਦਾ ਹੈ ਕਿ ਇੱਕ ਨਾ ਇੱਕ ਦਿਨ ਉਹਦਾ ਪੁੱਤਰ ਜ਼ਰੂਰ ਵਾਪਸ ਆਏਗਾ। ਤਿਵੇਂ ਹੀ ਪਰਮੇਸ਼ਰ ਇਸ ਦੁਨੀਆ ਦੇ ਵਿੱਚ ਗਵਾਚੇ ਹੋਏ ਉਜਾੜੂ ਪੁੱਤਰ ਦੀ ਤਰ੍ਹਾਂ ਹਰ ਇੱਕ ਵਿਅਕਤੀ ਦਾ ਇੰਤਜ਼ਾਰ ਕਰਦਾ ਹੈ। ਉਹ ਆਪਣੀਆਂ ਬਾਹਾਂ ਫੈਲਾ ਕੇ ਤੁਹਾਡਾ ਇੰਤਜ਼ਾਰ ਕਰਦਾ ਹੈ ਕਿਉਂਕਿ ਉਹ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ। ਇੰਨਾ ਪਿਆਰ ਸ਼ਾਇਦ ਹੀ ਇਸ ਦੁਨੀਆ ਵਿੱਚ ਕੋਈ ਕਰਦਾ ਹੋਵੇ। ਅਤੇ ਪਿਆਰਿਓ, ਇਸ ਦ੍ਰਿਸ਼ਟਾਂਤ ਦੇ ਦੁਆਰਾ ਪ੍ਰਭੂ ਯੀਸ਼ੂ ਮਸੀਹ ਨੇ ਉਸ ਅਗਾਪੇ ਪਿਆਰ ਦੇ ਬਾਰੇ ਲੋਕਾਂ ਨੂੰ ਦੱਸਿਆ, ਜਿਵੇਂ ਕਿ ਅਸੀਂ ਇਸ ਦ੍ਰਿਸ਼ਟਾਂਤ ਦੇ ਵਿੱਚ ਅੱਗੇ ਦੇਖਦੇ ਹਾਂ। ਤੇ ਜਿਵੇਂ ਅਸੀਂ ਅੱਗੇ ਇਸ ਕਹਾਣੀ ਵਿੱਚ ਦੇਖਦੇ ਹਾਂ ਕਿ ਜਿਵੇਂ ਹੀ ਉਡਾਊ ਪੁੱਤਰ ਘਰ ਵਾਪਸ ਆਇਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਗਲੇ ਲਗਾਇਆ ਤੇ ਉਹਨੂੰ ਬਹੁਤ ਵਧੀਆ ਵਸਤਰ ਪਹਿਨਾਏ ਅਤੇ ਆਪਣੇ ਦਾਸਾਂ ਨੂੰ ਕਿਹਾ ਕਿ ਭੋਜਨ ਦਾ ਇੰਤਜ਼ਾਮ ਕੀਤਾ ਜਾਵੇ। ਜਲਦੀ ਤੋਂ ਜਲਦੀ ਬਹੁਤ ਵਧੀਆ ਕੱਪੜੇ ਮੇਰੇ ਪੁੱਤਰ ਲਈ ਲੈ ਕੇ ਆਓ ਅਤੇ ਉਹਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਵਾਓ ਅਤੇ ਇੱਕ ਬਹੁਤ ਵਧੀਆ ਅਤੇ ਨਰੋਇਆ ਪਸ਼ੂ ਮਾਰ ਕੇ ਉਸ ਨੂੰ ਬਣਾਓ, ਕਿਉਂਕਿ ਅਸੀਂ ਸਾਰੇ ਆਨੰਦ ਕਰੀਏ। ਕਿਉਂਕਿ ਪਿਤਾ ਇਸ ਪ੍ਰਕਾਰ ਕਹਿੰਦਾ ਹੈ ਕਿ ਮੇਰਾ ਇਹ ਪੁੱਤਰ ਮਰ ਗਿਆ ਸੀ, ਹੁਣ ਜੀ ਉੱਠਿਆ ਹੈ। ਇਹ ਗਵਾਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਤੇ ਇਸੇ ਕਰਕੇ ਆਓ ਅਸੀਂ ਆਨੰਦ ਕਰੀਏ। ਤੇ ਪਿਆਰਿਓ, ਬਾਈਬਲ ਸਾਨੂੰ ਦੱਸਦੀ ਹੈ ਕਿ ਜਿਵੇਂ ਹੀ ਕੋਈ ਪਾਪੀ ਮਨ ਨੂੰ ਫਿਰਾਉਂਦਾ ਹੈ ਤਾਂ ਸਵਰਗ ਦੇ ਵਿੱਚ ਸਵਰਗਦੂਤ ਆਨੰਦ ਕਰਦੇ ਹਨ। ਹਾਂ ਪਿਆਰਿਓ, ਜਦ ਵੀ ਕੋਈ ਪਾਪੀ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ ਹੈ ਅਤੇ ਉਹਨਾਂ ਨੂੰ ਛੱਡ ਦਿੰਦਾ ਹੈ ਅਤੇ ਪਿਤਾ ਪਰਮੇਸ਼ਰ ਕੋਲ ਵਾਪਸ ਆ ਜਾਂਦਾ ਹੈ ਤਾਂ ਸਵਰਗ ਦੇ ਵਿੱਚ ਬਹੁਤ ਵੱਡਾ ਆਨੰਦ ਕੀਤਾ ਜਾਂਦਾ ਹੈ, ਕਿਉਂਕਿ ਪ੍ਰਭੂ ਦੀ ਇਹ ਇੱਛਾ ਕਦੇ ਵੀ ਨਹੀਂ ਸੀ ਕਿ ਕੋਈ ਵੀ ਨਾਸ਼ ਹੋਵੇ ਅਤੇ ਪਰਮੇਸ਼ਰ ਪਿਤਾ ਸਾਰਿਆਂ ਨੂੰ ਮਨ ਫਿਰਾਉਣ ਦਾ ਮੌਕਾ ਦੇਣਾ ਚਾਹੁੰਦੇ ਹਨ। ਪਰਮੇਸ਼ਰ ਸਾਨੂੰ ਪਿਆਰ ਕਰਦੇ ਹਨ ਅਤੇ ਉਹ ਸਾਰੇ ਭਟਕੇ ਹੋਇਆਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਹ ਉਹਨੂੰ ਗਲ ਲਾ ਕੇ ਚੁੰਮਣ ਅਤੇ ਉਹਦੇ ਨਾਲ ਅਨੰਤ ਕਾਲ ਤੀਕ ਆਨੰਦ ਕਰਨ। ਪਰ ਪਿਆਰਿਓ, ਇਸ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਜਦ ਉਡਾਊ ਪੁੱਤਰ ਉਸ ਮਨੁੱਖ ਦਾ ਛੋਟਾ ਪੁੱਤਰ ਵਾਪਸ ਘਰ ਆਉਂਦਾ ਹੈ ਤਾਂ ਉਸ ਦਾ ਵੱਡਾ ਪੁੱਤਰ ਖੁਸ਼ ਹੋਣ ਦੀ ਬਜਾਏ ਦੁਖੀ ਹੋ ਜਾਂਦਾ ਹੈ, ਕਿਉਂਕਿ ਜਦੋਂ ਉਹ ਖੇਤੋਂ ਵਾਪਸ ਆਉਂਦਾ ਹੈ ਤਾਂ ਆਪਦੇ ਘਰ ਦੇ ਵਿੱਚ ਨੱਚਣ ਟੱਪਣ ਅਤੇ ਗਾਉਣ ਵਜਾਉਣ ਦੇ ਸ਼ਬਦਾਂ ਨੂੰ ਸੁਣਦਾ ਹੈ
ਤਾਂ ਉਹ ਆਪਣੇ ਇੱਕ ਦਾਸ ਨੂੰ ਬੁਲਾ ਕੇ ਪੁੱਛਦਾ ਹੈ, ਇਹ ਕੀ ਹੋ ਰਿਹਾ ਹੈ? ਤਾਂ ਉਹ ਦਾਸ ਆਪਣੇ ਮਾਲਕ ਨੂੰ ਕਹਿੰਦਾ ਹੈ ਕਿ ਤੇਰਾ ਛੋਟਾ ਭਰਾ ਪਰਤ ਆਇਆ ਹੈ ਅਤੇ ਤੇਰੇ ਪਿਤਾ ਨੇ ਉਹਦੇ ਲਈ ਇੱਕ ਨਰੋਇਆ ਪਸ਼ੂ ਵੀ ਮਰਵਾਇਆ ਹੈ। ਅਤੇ ਆਪਣੇ ਦਾਸ ਤੋਂ ਇਹ ਗੱਲ ਸੁਣ ਕੇ ਉਹ ਕ੍ਰੋਧ ਨਾਲ ਭਰ ਜਾਂਦਾ ਹੈ ਅਤੇ ਘਰ ਦੇ ਅੰਦਰ ਨਹੀਂ ਜਾਂਦਾ, ਪਰੰਤੂ ਬਾਹਰ ਹੀ ਖੜਾ ਰਹਿੰਦਾ ਹੈ। ਅਤੇ ਜਦ ਪਿਤਾ ਆਪਣੇ ਵੱਡੇ ਪੁੱਤਰ ਨੂੰ ਦਰਵਾਜ਼ੇ ਦੇ ਬਾਹਰ ਖੜੇ ਦੇਖਦਾ ਹੈ ਤਾਂ ਉਹ ਉਹਨੂੰ ਅੰਦਰ ਸੱਦਣ ਜਾਂਦਾ ਹੈ। ਪਰ ਉਸ ਦਾ ਵੱਡਾ ਪੁੱਤਰ ਉਸ ਨੂੰ ਕਹਿੰਦਾ ਹੈ ਕਿ ਮੈਂ ਕਿੰਨਿਆਂ ਸਾਲਾਂ ਤੋਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੇ ਵਾਸਤੇ ਕਦੇ ਤੂੰ ਇੱਕ ਬੱਕਰੀ ਦਾ ਬੱਚਾ ਵੀ ਨਹੀਂ ਦਿੱਤਾ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਨੰਦ ਕਰ ਸਕਾਂ। ਪਰ ਜਦੋਂ ਤੇਰਾ ਇਹ ਛੋਟਾ ਪੁੱਤਰ ਆਪਣੀ ਸਾਰੀ ਸੰਪત્ਤੀ ਕੁਕਰਮਾਂ ਦੇ ਵਿੱਚ ਉਡਾ ਕੇ ਵਾਪਸ ਆਉਂਦਾ ਹੈ ਤਾਂ ਤੂੰ ਉਹਦੇ ਵਾਸਤੇ ਇੱਕ ਨਰੋਇਆ ਪਸ਼ੂ ਮਾਰਦਾ ਹੈ। ਵੱਡੇ ਪੁੱਤਰ ਦੀ ਇਹ ਗੱਲ ਸੁਣ ਕੇ ਪਿਤਾ ਉਹਨੂੰ ਕਹਿੰਦਾ ਹੈ ਕਿ ਤੂੰ ਤਾਂ ਸਦਾ ਮੇਰੇ ਨਾਲ ਹੈ ਅਤੇ ਜੋ ਕੁਝ ਮੇਰਾ ਹੈ ਉਹ ਤੇਰਾ ਹੈ। ਇਸੇ ਕਰਕੇ ਆ, ਆਨੰਦ ਕਰ ਅਤੇ ਮਗਨ ਹੋ, ਕਿਉਂਕਿ ਤੇਰਾ ਛੋਟਾ ਭਰਾ ਮਰ ਗਿਆ ਸੀ ਅਤੇ ਹੁਣ ਉਹ ਜੀ ਉੱਠਿਆ ਹੈ। ਉਹ ਗਵਾਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਅਤੇ ਪਿਆਰਿਓ, ਇਸ ਦ੍ਰਿਸ਼ਟਾਂਤ ਦੇ ਵਿੱਚ, ਇਸ ਕਹਾਣੀ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਜਦ ਉਹ ਛੋਟਾ ਪੁੱਤਰ, ਜੋ ਪੁੱਤਰ ਆਪਣੇ ਪਿਤਾ ਨੂੰ ਛੱਡ ਕੇ ਚਲਾ ਗਿਆ ਸੀ, ਉਹ ਘਰ ਦੇ ਅੰਦਰ ਹੁੰਦਾ ਹੈ ਅਤੇ ਜੋ ਆਪਣੇ ਪਿਤਾ ਦੇ ਨਾਲ ਹੀ ਰਹਿੰਦਾ ਸੀ ਉਹ ਘਰ ਤੋਂ ਬਾਹਰ ਹੁੰਦਾ ਹੈ। ਕੀ ਤੁਸੀਂ ਇਸ ਗੱਲ ਨੂੰ ਸਮਝ ਪਾ ਰਹੇ ਹੋ? ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਪ੍ਰਭੂ ਨੇ ਕਿਹਾ ਹੈ ਕਿ ਜੋ ਪਹਿਲੇ ਆ ਉਹ ਪਿੱਛੇ ਕੀਤੇ ਜਾਣਗੇ ਅਤੇ ਜੋ ਪਿੱਛੇ ਆ ਉਹ ਅੱਗੇ ਕੀਤੇ ਜਾਣਗੇ। ਕੀ ਤੁਸੀਂ ਇਸ ਗੱਲ ਤੇ ਧਿਆਨ ਦਿੱਤਾ ਕਿ ਜੋ ਵੱਡਾ ਭਰਾ ਹੁੰਦਾ ਹੈ ਉਹ ਆਪਣੇ ਛੋਟੇ ਭਰਾ ਨੂੰ ਲੱਭਣ ਵਾਸਤੇ ਵੀ ਨਹੀਂ ਜਾਂਦਾ ਅਤੇ ਉਹ ਆਪਣੇ ਪਿਤਾ ਨੂੰ ਰੋਜ਼ ਦਰਵਾਜ਼ੇ ਤੇ ਬੈਠਾ ਹੋਇਆ ਦੇਖਦਾ ਹੋਵੇਗਾ, ਪਰ ਕਦੇ ਵੀ ਉਸਨੇ ਆਪਣੀ ਪਿਤਾ ਦੀ ਇਹ ਦਸ਼ਾ ਵੇਖ ਕੇ ਉਸ ਨੂੰ ਨਹੀਂ ਕਿਹਾ ਕਿ ਮੈਂ ਆਪਣੇ ਛੋਟੇ ਭਰਾ ਨੂੰ ਲੱਭਣ ਵਾਸਤੇ ਜਾਂਦਾ ਹਾਂ। ਇਸੇ ਤਰ੍ਹਾਂ ਪਿਆਰਿਓ, ਅੱਜ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਗਵਾਚੇ ਹੋਏ ਲੋਕਾਂ ਨੂੰ ਪਰਮੇਸ਼ਰ ਕੋਲੇ ਵਾਪਸ ਲਿਆਉਣ ਦਾ ਕੋਈ ਬੋਝ ਨਹੀਂ ਹੈ। ਤੇ ਪਿਆਰਿਓ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਡਾ ਦਿਲ, ਸਾਡਾ ਮਨ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਉਸ ਪਿਤਾ ਦਾ ਸੀ ਕਿ ਉਹ ਆਪਣੇ ਗਵਾਚੇ ਹੋਏ ਪੁੱਤਰ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੇ ਵਿੱਚ ਮਸੀਹ ਦਾ ਮਨ ਹੈ ਅਤੇ ਜੇਕਰ ਮਸੀਹ ਦਾ ਮਨ ਸਾਡੇ ਵਿੱਚ ਹੈ ਤਾਂ ਗਵਾਚੇ ਹੋਏ ਲੋਕਾਂ ਦੇ ਲਈ ਸਾਡੇ ਦਿਲ ਵਿੱਚ ਦਇਆ ਭਾਵਨਾ ਤੇ ਉਹਨਾਂ ਨੂੰ ਲੱਭਣ ਵਾਸਤੇ ਸਾਡੇ ਮਨ ਦੇ ਵਿੱਚ ਪਿਆਰ ਹੋਣਾ ਚਾਹੀਦਾ ਹੈ। ਅਤੇ ਜੇਕਰ ਅਸੀਂ ਸੱਚੇ ਵਿਸ਼ਵਾਸੀ ਹਾਂ ਤੇ ਆਪਣੇ ਸਵਰਗੀ ਪਿਤਾ ਦੇ ਨਾਲ ਸੱਚਾ ਪ੍ਰੇਮ ਰੱਖਦੇ ਹਾਂ ਤਾਂ ਅਸੀਂ ਗਵਾਚੇ ਹੋਏ ਲੋਕਾਂ ਤੱਕ ਪਰਮੇਸ਼ਰ ਦੇ ਵਚਨ ਨੂੰ ਜ਼ਰੂਰ ਲੈ ਕੇ ਜਾਈਏ ਤਾਂ ਕਿ ਉਹਨਾਂ ਦਾ ਵੀ ਉद्धार ਹੋਵੇ ਅਤੇ ਉਹ ਵੀ ਬਚਾਏ ਜਾ ਸਕਣ। ਤੇ ਪਿਆਰਿਓ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਹਾਂ ਕਿ ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਹੈ, ਜਦੋਂ ਵੀ ਕੋਈ ਨਵਾਂ ਵਿਸ਼ਵਾਸੀ ਚਰਚ ਦੇ ਵਿੱਚ ਆਉਂਦਾ ਹੈ ਅਤੇ ਕਲੀਸਿਆ ਦੇ ਕਈ ਲੋਕ ਨਾ ਹੀ ਉਸ ਵਿਸ਼ਵਾਸੀ ਨਾਲ ਗੱਲ ਕਰਦੇ ਹਨ ਅਤੇ ਨਾ ਹੀ ਉਸ ਦਾ ਆਦਰ ਕਰਦੇ ਹਨ, ਪਰ ਉਹ ਉਸ ਨੂੰ ਘਿਰਣਾ ਨਾਲ ਵੇਖਦੇ ਹਨ ਕਿ ਕਦੇ ਤੁਸੀਂ ਇੱਦਾਂ ਕਿਸੇ ਵੀ ਚਰਚ ਦੇ ਵਿੱਚ ਹੁੰਦਾ ਹੋਇਆ ਵੇਖਿਆ ਹੈ? ਪਰ ਪਿਆਰਿਓ, ਸਾਨੂੰ ਇੱਦਾਂ ਬਿਲਕੁਲ ਨਹੀਂ ਕਰਨਾ। ਸਾਨੂੰ ਹਮੇਸ਼ਾ ਸਾਰਿਆਂ ਦੇ ਨਾਲ ਪਿਆਰ ਕਰਨਾ ਹੈ ਅਤੇ ਫਿਰ ਭਾਵੇਂ ਉਹ ਸਾਡਾ ਵੈਰੀ ਹੀ ਕਿਉਂ ਨਾ ਹੋਵੇ, ਅਤੇ ਆਪਣੇ ਪਿਆਰ ਦੇ ਨਾਲ ਉਸ ਦੇ ਦਿਲ ਨੂੰ ਜਿੱਤਣਾ ਹੈ। ਕਿਉਂਕਿ ਯਾਦ ਰੱਖੋ ਪਿਆਰਿਓ ਕਿ ਪਰਮੇਸ਼ਰ ਪਿਆਰ ਹੈ ਅਤੇ ਅੱਜ ਵੀ ਉਹ ਹਰ ਇੱਕ ਭਟਕੇ ਹੋਏ ਮਨੁੱਖ ਦਾ ਇੰਤਜ਼ਾਰ ਕਰ ਰਿਹਾ ਹੈ। ਅਤੇ ਅੰਤ ਦੇ ਵਿੱਚ ਮੈਂ ਇੱਕ ਸਵਾਲ ਇੱਥੇ ਛੱਡਣਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਕਿਹੋ ਜਿਹਾ ਦਿਲ ਹੈ, ਉਸ ਪਿਤਾ ਵਰਗਾ ਜਾਂ ਉਸ ਵੱਡੇ ਭਰਾ ਵਰਗਾ? ਆਪਣੇ ਉੱਤਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਅਤੇ ਮੈਂ ਆਸ ਕਰਦਾ ਹਾਂ ਪਿਆਰਿਓ ਕਿ ਉਜਾੜੂ ਪੁੱਤਰ ਦੀ ਇਹ ਕਹਾਣੀ, ਜੋ ਪਰਮੇਸ਼ਰ ਨੇ ਇਹ ਦ੍ਰਿਸ਼ਟਾਂਤ ਦਿੱਤਾ, ਤੁਹਾਡੇ ਲਈ ਬਹੁਤ ਹੀ ਆਸ਼ੀਸ਼ਿਤ ਰਿਹਾ ਹੋਵੇਗਾ। ਇੱਕ ਨਵੇਂ ਵਿਸ਼ੇ ਦੇ ਨਾਲ ਅਗਲੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਸਾਰਿਆਂ ਨੂੰ ਜੈ ਮਸੀਹ ਦੀ। ਗॉड ब्लेस यू।